गुरु जी की साजी नवाजी, गुरु रूप गुरु प्यारी साध संगत जी। वाहिगुरु जी का खालसा, वाहिगुरु जी की फतेह। गुरमुख प्यारिओ, जो आपां नूं सतगुरां ने गुरबाणी गुरु राही उपदेश बख्शिश कीता है, सतगुरु समझाउंदे भी जिथे साधु जन बैठ के मालक की परमात्मा की उस्तत वडियाई करती, ਉਹਦੇ गुण गाउंदे वो थां सुंदर है, वो थां सोहना हो जाता। वो साधु जन उस समर्थ पुरख नूं सिमरदे, ਉਹਦੇ गुण गाउंदे। ਜਿਹੜਾ फिर उन्हां दी संगत करदा है, ਉਹਦੇ अंदरों भी जिहड़ी दवैत दौदा ये खत्म हो जाती, जिहड़ा मंदापन खत्म हो जाता। सतगुरु फरमाउंदे जिथे बैसन साध जन सो थान सुहंदा, वो सेवन समरथ अपना बिन से सब मंदा। बई जिहड़ा साडे अंदर दुविधा हुंदी, बैर विरोध हुंदा, वो खत्म हो जाता जदों असीं साधु जनों दा संग करदे। वो समर्थ अकाल पुरख नूं सिमरदे, ਉਹਦੇ गुण गाउंदे, ਉਹਦੀ वडियाई करदे। ये सारी महिमा फिर परमात्मा दे नाम दी, जिथे मालक दा नाम जपिया जांदा है, वो जिहड़ा घर है वो घर मंदिर बन जाता। वो धरती जिहड़ी वो धरती पवित्र हो जाती, जिथे हरि दे जन साधु जन रहिंदे। महाराज कहंदे सारी वडियाई नाम दी है, जिहदी इन्नी महिमा इन्नी उस्तत। फरमाउंदे सो सच मंदिर जित सच ते आईए, सो रिदा सहेला जित हर गुण गाई। सा धरत सुहावी जिथे वसे हर जन, सचे नाम बिटों कुरबान जी। वो रिदा, वो हिरदा, वो मन सहेला है, वो सुखी है, जिहड़ा परमात्मा दे गुण गाउंदा। ये सारी वडियाई फिर महाराज नाम की दसती। बई जदों असीं नाम दे नाल जुड़ जांगे, साडा मन पवित्र,
ਸਾਡਾ ਤਨ ਪਵਿੱਤਰ ਹੋ ਜਾਏਗਾ, ਘਰ ਪਵਿੱਤਰ ਹੋ ਜਾਏਗਾ। ਇਹ ਸਾਰੀਆਂ ਵਡਿਆਈਆਂ ਸਤਿਗੁਰੂ ਨਾਮ ਦੀਆਂ ਕਰਤੀ। ਇਸ ਲਈ ਕਹਿੰਦੇ ਵੀ ਜਿੱਥੇ ਨਾਮ ਜਪਿਆ ਜਾਂਦਾ ਹੈ, ਉਹੀਓ ਘਰ, ਉਹੀਓ ਮਨ, ਉਹੀਓ ਸਰੀਰ ਸੋਹਣਾ, ਉਹੀਓ ਨਗਰੀ ਸੋਹਣੀ ਹੈ। ਜਿੱਥੇ ਮਾਲਕ ਦਾ ਨਾਮ ਨਹੀਂ ਜਪਿਆ ਜਾਂਦਾ, ਨਹੀਂ ਸਿਮਰਨ ਹੁੰਦਾ, ਉਹ ਜਿਹੜਾ ਨਗਰ, ਉਹ ਘਰ, ਉਹ ਉਜਾੜ ਹੈ। ਮਹਾਰਾਜ ਇਸ ਲਈ ਫਰਮਾਉਂਦੇ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਤਲ ਸੋਈ ਨ ਚਵਾਰੀ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਅਜਾੜੀ ਜੀ। ਬਈ ਜਿੱਥੇ ਪਰਮਾਤਮਾ ਦਾ ਨਾਮ ਹੀ ਨਹੀਂ ਜਪਿਆ ਜਾਂਦਾ, ਉਹ ਜਿਹੜਾ ਸਰੀਰ, ਉਹ ਘਰ, ਉਹ ਉਜਾੜ ਹੈ। ਜਿੱਥੇ ਨਾਮ ਜਪਿਆ ਜਾਂਦਾ, ਮਹਾਰਾਜ ਕਹਿੰਦੇ ਉਹ ਮੁੱਖ ਪਵਿੱਤਰ, ਉਹ ਸਰੀਰ ਪਵਿੱਤਰ, ਉਹ ਨਗਰ ਪਵਿੱਤਰ ਹੋ ਜਾਂਦਾ। ਸਰੀਰ ਨੂੰ ਨਗਰੀ ਕਹਿੰਦੇ। ਮਹਾਰਾਜ ਇਸ ਲਈ ਫਰਮਾਉਂਦੇ, ਕਬੀਰ ਸੋਈ ਮੁਖ ਧਨ ਹੈ, ਜੈ ਮੁਖ ਕਹੀਏ ਰਾਮ, ਦੇਹੀ ਕਿਸਕੀ ਵਾਪਰੀ, ਪਵਿੱਤਰ ਹੋਏ ਗੋਗਰਾਮ। ਬਈ ਉਹ ਸਾਰਾ ਗ੍ਰਾਮ, ਉਹ ਸਾਰਾ ਨਗਰ ਹੀ ਪਵਿੱਤਰ ਹੋ ਜਾਂਦਾ ਹੈ ਜਦੋਂ ਨਾਮ ਜਪਿਆ ਜਾਂਦਾ। ਇਹ ਸਰੀਰ ਨੂੰ ਨਗਰੀ ਕਹਿੰਦੇ, ਕਾਇਆ ਨਗਰੀ, ਇਹ ਮਨ ਰਾਜਾ। ਹੁਣ ਜਦੋਂ ਮਨ ਰਾਜਾ ਇਹ ਸੱਚ ਦੇ ਮਾਰਗ ਦੇ ਉੱਤੇ ਚੱਲਦਾ, ਜਦੋਂ ਇਹ ਭਗਤੀ ਕਰਦਾ, ਫਿਰ ਜਿਹੜੀ ਇਹਦੀ ਪਰਜਾ, ਇਹ ਨਗਰੀ ਦੇ ਵਿੱਚ, ਦੇਸ਼ ਦੇ ਵਿੱਚ ਜਿਹੜੀ ਪਰਜਾ ਰਹਿੰਦੀ, ਲੱਖਾਂ ਕਰੋੜਾਂ ਜੀਵ ਵਾਸਤੇ, ਉਹ ਪਰਜਾ, ਉਹ ਸਾਡਾ ਜਹਾਨ ਹੈ। ਜਦੋਂ ਫਿਰ ਅਸੀਂ ਸੱਚ ਦੇ ਮਾਰਗ 'ਤੇ ਚੱਲਦੇ ਹਾਂ, ਫਿਰ ਸਾਰਾ ਜਹਾਨ ਜਿਹੜਾ, ਸਾਰੀ ਨਗਰੀ, ਫਿਰ ਉਹ ਮਾਲਕ ਦੀ ਉਸਤਤ ਤੇ ਵਡਿਆਈ 'ਤੇ ਲੱਗ ਜਾਂਦੀ। ਮਹਾਰਾਜ ਇਸੇ ਵਰਤਾਏ ਫਰਮਾਉਂਦੇ, ਸੱਚੇ ਮਾਰਗ ਚੱਲਦੇ ਉਸਤਤ ਕਰੇ ਜਹਾਨ। ਇਹ ਜਦੋਂ ਅਸੀਂ ਸੱਚ ਦੇ ਮਾਰਗ 'ਤੇ ਚੱਲਾਂਗੇ, ਭਗਤੀ ਕਰਾਂਗੇ, ਨਾਮ ਦੇ ਨਾਲ ਜੁੜਾਂਗੇ, ਸਾਡਾ ਮਨ ਪਵਿੱਤਰ, ਤਨ ਪਵਿੱਤਰ, ਸਾਰੀ ਨਗਰੀ ਪਵਿੱਤਰ। ਫਿਰ ਰਾਜੇ ਨੇ ਜਿਹੜਾ ਹਲੀਮੀ ਰਾਜ ਕਰਨਾ, ਤੇ ਫਿਰ ਇਹਦੀ ਉਸਤਤ ਸਾਰਾ ਜਹਾਨ ਕਰਤ, ਸਾਰੀ ਨਗਰੀ ਕਰਦੀ ਵੀ ਸਾਡਾ ਜਿਹੜਾ ਮਨ ਹੈ, ਉਹ ਰਾਜਾ, ਉਹ ਗੁਰਮੁਖ। ਤੇ ਉਦੋਂ ਕਹਿੰਦੇ ਖਾਲਸੇ ਦਾ ਰਾਜ ਆ ਕੇ, ਖਾਲਸ ਰਾਜ। ਜੋ ਆਪਾਂ ਸੰਸਾਰ 'ਚ ਸੁਣਦੇ ਹਾਂ ਨਾ ਵੀ ਖਾਲਸੇ ਦਾ ਰਾਜ ਆਉਣਾ ਜੀ, ਖਾਲਸੇ ਦਾ ਰਾਜ, ਖਾਲਸੇ ਨੇ ਕਿਤੇ ਬਾਹਰ ਰਾਜ ਨਹੀਂ ਕਰਨਾ ਕਿਸੇ ਹੋਰ 'ਤੇ। ਖਾਲਸਾ ਰਾਜ ਤਾਂ ਸਾਨੂੰ ਦਿੱਤਾ ਹੀ ਹੈ ਸਤਿਗੁਰਾਂ ਨੇ। ਅਸੀਂ ਨਖਾਲਸ ਹੋਏ ਹੋਏ ਹਾਂ, ਅਸੀਂ ਖਾਲਸੇ ਨਹੀਂ ਰਹੇ। ਰਾਜ ਤਾਂ ਸਾਨੂੰ ਸੌਂਪਿਆ ਹੀ ਹੈ ਗੁਰੂ ਨੇ। ਜਦੋਂ ਅਸੀਂ ਨਖਾਲਸ ਹੋ ਜਾਂਦੇ, ਫਿਰ ਇਹ ਕੂੜ ਦਾ ਰਾਜ ਚੱਲ ਪੈਂਦਾ। ਫਿਰ ਇਹਨਾਂ ਪੰਜਾਂ ਦਾ ਰਾਜ ਚੱਲਦਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ। ਜਦੋਂ ਇਹਨਾਂ ਦਾ ਰਾਜ ਚੱਲਦਾ, ਫਿਰ ਇਹਨਾਂ ਦੇ ਰਾਜ ਦੇ ਵਿੱਚ ਜੀਵ ਕੂੜ ਦੇ ਨਾਲ ਜੁੜ ਜਾਂਦਾ, ਕਿਉਂਕਿ ਕੂੜ ਦਾ ਰਾਜ ਹੈ ਤੇ ਕੂੜ ਦੇ ਨਾਲ ਜੁੜ ਜਾਂਦਾ। ਜਦੋਂ ਖਾਲਸੇ ਦਾ ਰਾਜ ਆਉਂਦਾ, ਖਾਲਸਾ ਆਪ ਨਿਰੰਕਾਰ ਨਾਲ ਜੁੜਿਆ, ਵਾਹਿਗੁਰੂ ਦਾ ਖਾਲਸਾ ਹੈ, ਤੇ ਫਿਰ ਜਿਹੜੀ ਸਾਰੀ ਨਗਰੀ ਉਹੀਓ ਵਾਹਿਗੁਰੂ ਨਾਲ ਜੁੜ ਜਾਂਦੀ, ਤੇ ਸਾਰਾ ਜਹਾਨ ਉਸਤਤ ਕਰਦਾ, ਸਾਰੀ ਨਗਰੀ ਉਸਤਤ ਕਰਦੀ। ਫਿਰ ਇਸ ਵਾਸਤੇ ਜਦੋਂ ਤਾਂ ਮਨ ਸੁੱਤਾ ਹੁੰਦਾ, ਇਹ ਕੂੜ ਦੇ ਨਾਲ ਜੁੜਿਆ ਹੁੰਦਾ, ਭਰਮ 'ਚ ਪੈ ਜਾਂਦਾ, ਉਦੋਂ ਫਿਰ ਜਿਹੜਾ ਰਾਜ ਚੱਲਦਾ, ਉਦੋਂ ਮਹਾਰਾਜ ਕਹਿੰਦੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਬਈ ਫਿਰ ਰਾਜ ਹੈ ਜਿਹੜਾ ਕੂੜ ਦਾ ਚੱਲ ਪੈਂਦਾ।
ਕੂੜ ਦੇ ਰਾਜ ਦੇ ਵਿੱਚ ਜੀਵ ਹਉਮੈ ਹੰਕਾਰ ਦੇ ਵਿੱਚ ਚੱਲਦਾ। ਹਉਮੈ ਹੰਕਾਰ ਵੀ ਕਾਹਦਾ ਕਰਦਾ? ਇਹ ਝੂਠੀ ਦੇਹੀ ਦਾ, ਝੂਠੇ ਆਕਾਰ ਦਾ, ਮਾਇਆ ਦਾ। ਜਿਵੇਂ ਜਿਹੜੀ ਕਾਇਆ ਹੈ, ਕੱਪੜਾ, ਇਹ ਵੀ ਕੂੜ। ਜਿਹੜਾ ਇਹਦੇ 'ਤੇ ਪਹਿਨਦਾ, ਪਹਿਨਣਾ ਵੀ ਕੂੜ। ਮਾਰੇ ਕਹਿੰਦੇ ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ। ਬਈ ਫਿਰ ਇਹ ਕੂੜ ਦੇ ਨਾਲ ਜੁੜ ਜਾਂਦਾ ਅਤੇ ਕੂੜ ਦਾ ਹੀ ਫਿਰ ਸ਼ਿੰਗਾਰ ਕੱਢਦਾ। ਕੂੜ ਸੋਇਨਾ, ਕੂੜ ਰੂਪ, ਕੂੜ ਪਹਿਨਣਹਾਰ। ਬਈ ਕਿਤੇ ਸੋਨਾ ਪਾ ਲਿਆ, ਚਾਂਦੀ ਪਾ ਲਈ, ਕੂੜ ਦਾ ਸ਼ਿੰਗਾਰ ਕਰ ਲਿਆ। ਇਹ ਜਿਹੜਾ ਨਖਾਲਸ ਮਨ ਹੋਇਆ, ਫਿਰ ਇੱਦਾਂ ਜਿਹੜਾ ਕੂੜ ਦਾ ਰਾਜ ਚੱਲਦਾ। ਫਿਰ ਕੂੜ ਦਾ ਕੂੜ ਦੇ ਨਾਲ ਪਿਆਰ ਪੈ ਜਾਂਦਾ। ਮਾਰੇ ਕਹਿੰਦੇ ਕੂੜ ਮੀਆਂ, ਕੂੜ ਬੀਬੀ ਖੱਪ ਹੋਏ ਖਾਰ। ਕੂੜ ਕੂੜੋ ਨੇਹੋ ਲੱਗਾ, ਬਿਸਰਿਆ ਕਰਤਾਰ। ਬੇ ਕੂੜ ਦਾ ਕੂੜ ਦੇ ਨਾਲ ਨੇਹ ਲੱਗ ਗਿਆ, ਪਿਆਰ ਪੈ ਗਿਆ, ਅਤੇ ਜਿਹੜਾ ਕਰਤਾਰ ਵਾਹਿਗੁਰੂ ਸੀ ਉਹ ਵਿਸਰ ਗਿਆ, ਭੁੱਲ ਗਿਆ। ਅਤੇ ਮਾਰੇ ਕਹਿੰਦੇ ਫਿਰ ਇੱਥੇ ਦੋਸਤੀ ਕਿਹਦੇ ਨਾਲ ਕਰੋਗੇ? ਕਿਉਂਕਿ ਕੂੜ ਤਾਂ ਸਾਰਾ ਹੀ ਨਾਸਵਾਨ। ਕਿਸ ਨਾਲ ਕੀਜੇ ਦੋਸਤੀ, ਸਭ ਜਗ ਚੱਲਣਹਾਰ। ਪਰਮਾਤਮਾ ਤੋਂ ਬਿਨਾਂ, ਨਾਮ ਤੋਂ ਬਿਨਾਂ ਸਭ ਕੁਛ ਕੂੜੀ। ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ। ਨਾਨਕ ਬਖਾਣੇ ਬੇਨਤੀ ਤੁਧ ਆਵਾਜ਼, ਸਭ ਕੂੜੋ ਕੂੜ। ਜਦੋਂ ਤਾਂ ਸਾਡਾ ਕੂੜ ਦੇ ਨਾਲ ਨੇਹ ਲੱਗਿਆ ਹੁੰਦਾ, ਉਦੋਂ ਕਹਿੰਦੇ ਕੂੜ ਦਾ ਰਾਜ ਚੱਲ ਰਿਹਾ। ਅਤੇ ਕੂੜ ਦੇ ਰਾਜ ਦੇ ਵਿੱਚ ਦੁੱਖ ਹੀ ਦੁੱਖ। ਕੂੜ ਦੇ ਰਾਜ ਦੇ ਵਿੱਚ ਕੂੜ ਦੀ ਹਉਮੈ, ਕੂੜ ਦਾ ਹੰਕਾਰ, ਕੂੜ ਦਾ ਬੋਲਬਾਲਾ। ਜਿਹੜਾ ਸੱਚ ਸੀ ਪਰਮਾਤਮਾ ਕਰਤਾਰ, ਉਹ ਭੁੱਲ ਹੀ ਜਾਂਦਾ ਕੂੜ ਦੇ ਵਿੱਚ, ਚੇਤੇ ਨਹੀਂ ਰਹਿੰਦਾ। ਫਿਰ ਕੂੜ ਦੇ ਵਿੱਚ ਜੀਵ ਦੌਦਾ ਦੇ ਵਿੱਚ ਪਿਆ ਹੋਇਆ, ਵੈਰ ਵਿਰੋਧ 'ਚ ਪਿਆ ਹੋਇਆ, ਉਹ ਆ ਕੇ ਮੈਨੂੰ ਖਾਲਸਾ ਰਾਜ ਚਾਹੀਦਾ। ਅਤੇ ਮਹਾਰਾਜ ਕਹਿੰਦੇ ਖਾਲਸੇ ਬਣੋ ਤਾਂ ਸਹੀ, ਰਾਜ ਤਾਂ ਤੁਹਾਨੂੰ ਦਿੱਤਾ ਹੀ ਹੋਇਆ। ਤੁਸੀਂ ਨਖਾਲਸ ਹੋਏ ਹੋ, ਤੁਹਾਨੂੰ ਖਾਲਸੇ ਤਾਂ ਬਣਾ ਕੇ ਭੇਜਿਆ। ਸਾਡੇ ਮਨ ਨੂੰ ਜਦੋਂ ਇਸ ਲੋਕ 'ਚ ਭੇਜਿਆ ਜਾਂਦਾ, ਖਾਲਸਾ ਬਣਾ ਕੇ ਹੀ ਸਾਡੇ ਮਨ ਨੂੰ ਸਾਰੀ ਟ੍ਰੇਨਿੰਗ ਦੇ ਕੇ ਫਿਰ ਭੇਜਿਆ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਕਾਇਆ ਨਗਰੀ ਇਹ ਮਨ ਰਾਜਾ, ਪੰਜ ਵਸੇ ਵਿਚਾਰੀ। ਸ਼ਬਦ ਰਵੇ ਆਸਣ ਘਰ ਰਾਜਾ, ਆਦਲ ਕਰੇ ਗੁਣ ਕਾਠੀ। ਜੇ ਤਾਂ ਮਨ ਰਾਜਾ ਜਾਗਦਾ ਹੈ, ਨਿਜ ਮਹਿਲ 'ਚ ਰਹਿੰਦਾ, ਅਤੇ ਫਿਰ ਤਾਂ ਸਾਰੀ ਮਾਇਆ ਦੇ ਆਗਿਆ ਦੇ ਵਿੱਚ ਚੱਲਦੀ। ਫਿਰ ਤਾਂ ਇਹ ਕਾਮ, ਕ੍ਰੋਧ, ਲੋਭ, ਹੰਕਾਰ ਇਹਦੇ ਨੌਕਰ ਬਣ ਕੇ ਚੱਲਦੀ। ਅਤੇ ਉਦੋਂ ਕਹਿੰਦੇ ਖਾਲਸੇ ਦਾ ਰਾਜ ਹਲੀਮੀ ਰਾਜ। ਜਦੋਂ ਹੁਣ ਰਾਜਾ ਹੀ ਆ ਕੇ ਸੌਂ ਗਏ ਆ, ਭਰਮ ਦੇ ਵਿੱਚ ਪੈ ਗਏ ਆ, ਅਤੇ ਫਿਰ ਅਸੀਂ ਪਤਾ ਨਹੀਂ ਕਿਹੜਾ ਰਾਜ ਭਾਲਦੇ ਹਾਂ। ਮਹਾਰਾਜ ਕਹਿੰਦੇ ਤੁਸੀਂ ਜਾਗੋ ਤਾਂ ਸਹੀ, ਜਾਗ ਕੇ ਤੁਸੀਂ ਘਰੇ ਆਵੋ ਅਤੇ ਤੁਹਾਨੂੰ ਰਾਜ ਤਾਂ ਸੌਂਪੇ ਹੀ ਹੋਏ। ਹੁਣ ਬਣਾਇਆ ਤਾਂ ਸੀ ਸਾਨੂੰ ਮਾਲਕ ਨੇ ਖਾਲਸੇ ਰਾਜੇ ਬਣਾਇਆ ਸੀ, ਪਰ ਜਦੋਂ ਇੱਧਰ ਆ ਕੇ ਮਨ ਭਰਮ 'ਚ ਪੈ ਜਾਂਦਾ, ਸੌਂ ਜਾਂਦਾ, ਬਣ ਜਾਂਦਾ ਹੈ ਮੰਗਤ, ਬਣ ਜਾਂਦਾ ਹੈ ਭਿਖਾਰੀ। ਹੁਣ ਭਿਖਾਰੀ ਬਣਿਆ ਹੋਇਆ, ਦਰ ਦਾ ਠੋਕਰਾਂ ਖਾਂਦਾ ਫਿਰਦਾ ਅਤੇ ਮੰਗਦਾ ਫਿਰਦਾ, ਅਤੇ ਲੜਾਈਆਂ ਝਗੜੇ, ਵੈਰ ਵਿਰੋਧ ਕਰਦਾ ਫਿਰਦਾ। ਹੁਣ ਇਹਨੂੰ ਇਹ ਨਹੀਂ ਪਤਾ ਵੀ ਖਾਲਸਾ ਮੈਂ ਖੁਦ ਬਣਨਾ, ਮੈਂ ਨਖਾਲਸ ਹੋਇਆ ਹੋਇਆ, ਮੈਂ ਭਰਮ ਦੇ ਵਿੱਚ। ਹੁਣ ਮਹਾਰਾਜ ਫਿਰ ਦੱਸਦੇ ਇੱਥੇ ਇੱਕ ਦ੍ਰਿਸ਼ਟਮਾਨ ਰਾਜੇ ਦੀ ਉਦਾਹਰਨ ਦੇ ਕੇ, ਵੀ ਇੱਕ ਰਾਜਾ ਹੈ, ਉਹ ਆਪਦੇ ਸਿੰਘਾਸਨ 'ਤੇ ਬੈਠਾ ਅਤੇ ਉਹਨੂੰ ਨੀਂਦ ਆ ਗਈ। ਸਿੰਘਾਸਨ 'ਤੇ ਬੈਠਾ ਬੈਠਾ ਹੀ ਸੌਂ ਗਿਆ। ਸੁੱਤਾ ਹੋਇਆ ਉਹ ਸੁਪਨਾ ਦੇਖਣ ਲੱਗਿਆ। ਸੁਪਨੇ ਦੇ ਵਿੱਚ ਉਹ ਕੀ ਦੇਖਦਾ ਹੈ
ਵੀ ਜਿਹੜਾ ਉਹਦਾ ਰਾਜ ਭਾਗ ਸੀ ਉਹ ਖੁੱਸ ਗਿਆ, ਖਤਮ ਹੋ ਗਿਆ। ਆਪਣੇ ਰਾਜ ਦੇ ਵਿੱਚ ਹੀ ਉਹ ਮੰਗਤਾ ਭਿਖਾਰੀ ਬਣ ਕੇ ਦਰ ਦਰ ਠੋਕਰਾਂ ਖਾਂਦਾ ਫਿਰਦਾ, ਦਰ ਦਰ ਮੰਗਦਾ ਫਿਰਦਾ। ਹੁਣ ਉਹੀ ਉਹ ਰਾਜੇ ਵਾਲੀ ਅਵਸਥਾ ਸਾਡੇ ਇਸ ਮਨ ਰਾਜੇ ਦੀ ਹੋ ਗਈ। ਹੁਣ ਇਹ ਸੁਪਨੇ ਦੇ ਵਿੱਚ ਚੱਲ ਰਿਹਾ ਭਿਖਾਰੀ ਮੰਗਤਾ ਬਣਿਆ ਹੋਇਆ, ਦਰ ਦਰ ਠੋਕਰਾਂ ਖਾਂਦਾ ਫਿਰਦਾ, ਮੰਗਦਾ ਫਿਰਦਾ। ਮਾਰੇ ਫਰਮਾਉਂਦੇ ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਆਸ਼ਤ ਰਾਜ ਵਿਸ਼ਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਬਈ ਬਣਾਇਆ ਤਾਂ ਰਾਜਾ ਸੀ ਤੇ ਰਾਜੇ ਨੇ ਖਾਲਸਾ ਰਾਜ ਕਰਨਾ ਸੀ, ਤੇ ਇੱਥੇ ਆ ਕੇ ਬਣ ਗਿਆ ਮੰਗਤਾ ਭਿਖਾਰੀ। ਭਿਖਾਰੀ ਬਣਿਆ ਹੋਇਆ ਹੁਣ ਦਰ ਦਰ ਮੰਗਦਾ ਫਿਰਦਾ। ਮੰਗਦਾ ਵੀ ਆਪਦੇ ਵਾਸਤੇ ਨਹੀਂ, ਮੰਗਦਾ ਵੀ ਕੂੜੀ ਹੈ, ਜਿਹੜਾ ਕਿ ਨਾਸਵਾਨ ਹੈ, ਜਿਹੜਾ ਕਿ ਮਿਥਿਆ ਹੋਇਆ, ਜਿਹੜਾ ਇਹਦੇ ਕੰਮ ਆਉਣ ਵਾਲਾ ਨਹੀਂ। ਹੁਣ ਉਹ ਰਾਜਾ ਸੁਪਨੇ ਦੇ ਵਿੱਚ ਭਿਖਾਰੀ ਬਣਿਆ। ਜਦੋਂ ਉਹਦੀ ਅੱਖ ਖੁੱਲ੍ਹੀ ਤੇ ਉਹਨੇ ਦੇਖਿਆ ਵੀ ਇਹ ਤਾਂ ਮੈਂ ਸੁਪਨਾ ਦੇਖ ਰਿਹਾ ਸੀ। ਹੁਣ ਉਹੀਓ ਹਾਲਤ ਸਾਡੇ ਮਨ ਦੀ ਹੈ। ਜਦੋਂ ਇਹ ਜਾਗੇਗਾ, ਇਹਦੀ ਅੱਖ ਖੁੱਲ੍ਹੇਗੀ, ਇਹਨੂੰ ਫਿਰ ਪਤਾ ਲੱਗਣਾ ਵੀ ਮੈਨੂੰ ਤਾਂ ਮਾਲਕ ਨੇ ਰਾਜਾ ਬਣਾਏ, ਵੀ ਰਾਜੇ ਵਾਸਤੇ ਸਪੈਸ਼ਲ ਮਹਿਲ ਬਣਾਇਆ ਤੇ ਮਹਿਲ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਰੱਖੀਆਂ ਮੇਰੇ ਮਾਤਾ ਪਿਤਾ ਨੇ ਮੇਰੇ ਵਾਸਤੇ। ਹੁਣ ਜਦੋਂ ਇਹ ਜਦ ਤੱਕ ਜਾਗਦਾ ਨਹੀਂ ਭਰਮ ਦੇ ਵਿੱਚ, ਉਹਨਾਂ ਸਮਾਂ ਮੰਗਤਾ ਬਣਿਆ ਹੋਇਆ, ਭਿਖਾਰੀ ਬਣਿਆ ਹੋਇਆ। ਭਿਖਾਰੀ ਬਣਿਆ ਹੋਇਆ ਦਰ ਦਰ ਠੋਕਰਾਂ ਖਾਂਦਾ ਫਿਰਦਾ, ਮੰਗਦਾ ਫਿਰਦਾ, ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ, ਆਸ਼ਾ ਵਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ, ਦੁਵਿਧਾ ਈਰਖਾ ਵੈਰ ਵਿਰੋਧ ਨਫ਼ਰਤ ਦੇ ਵਿੱਚ ਜਲਦਾ ਫਿਰਦਾ, ਦੁਖੀ ਹੁੰਦਾ ਫਿਰਦਾ। ਮਹਾਰਾਜ ਫਿਰ ਇਸ ਅਵਸਥਾ ਦੇ ਵਿੱਚ ਸਮਝਾਉਂਦੇ ਮਨ ਨੂੰ ਵੀ ਤੂੰ ਰਾਜਾ ਹੈ, ਤੂੰ ਸੁੱਤਾ ਨਾ ਰਹਿ, ਤੂੰ ਭਰਮ 'ਚ ਨਾ ਰਹਿ, ਤੂੰ ਜਾਗ। ਫਰਮਾਉਂਦੇ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਜਨ ਸੁਨ ਮਨ ਅੜੀ ਅਕਥ ਕਹਾਣੀ ਰਾਮ। ਬਈ ਤੂੰ ਜਾਗ, ਤੂੰ ਭਰਮ 'ਚ ਨਾ ਰਹੇ, ਸੁੱਤਾ ਨਾ ਰਹੇ, ਕਿਤੇ ਇਹ ਨਾ ਹੋਵੇ ਸੁੱਤੇ ਦੀ ਤੇਰੀ ਜੀਵਨ ਦੀ ਰਾਤ ਜਿਹੜੀ ਉਹ ਬੀਤ ਜੇ। ਬਈ ਤੂੰ ਭਰਮ 'ਚ ਨਾ ਰਹੇ, ਤੂੰ ਆਇਆ ਲਾਹਾ ਖੱਟਣ ਵਾਸਤੇ, ਤੈਨੂੰ ਰਾਜਾ ਬਣਾਇਆ ਤੇ ਹਲੀਮੀ ਰਾਜ ਕਰ, ਖਾਲਸਾ ਰਾਜ ਕਰ। ਤਾਈਆਂ ਮਨ ਨੂੰ ਸਮਝਾਉਂਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲਗਾ ਕਿਤੇ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਬਈ ਤੇਰੇ ਜਿਹੜੇ ਜੀਵਨ ਦੀ ਰਾਤ ਉਹ ਮੁੱਕਦੀ ਜਾ ਰਹੀ, ਸਮਾਂ ਤੈਨੂੰ ਸੀਮਤ ਦਿੱਤਾ। ਇਹ ਨਾ ਹੋਵੇ ਵੀ ਤੇਰਾ ਸੁੱਤੇ ਦਾ ਹੀ ਸਮਾਂ ਸਾਰਾ ਲੰਘ ਜੇ, ਬਈ ਤੂੰ ਜਾਗੇ ਹੀ ਨਾ, ਤੂੰ ਭਰਮ 'ਚ ਹੀ ਰਵੇਂ। ਹੁਣ ਜਿਹੜੇ ਗੁਰਮੁਖ ਜਾਗਣਗੇ ਉਹ ਆਪਦੇ ਘਰ ਦਾ ਆਨੰਦ ਲੈਣਗੇ ਤੇ ਉਹ ਹਲੀਮੀ ਰਾਜ ਕਰਨਗੇ। ਜਿਹੜੇ ਮਨ ਸੁੱਤੇ ਰਹੇ, ਭਰਮ 'ਚ ਰਹੇ, ਉਹ ਫਿਰ ਕੂੜ ਦਾ ਰਾਜ ਹੀ ਚੱਲੀ ਜਾਣ। ਤੇ ਕੂੜ ਦੇ ਰਾਜ ਦੇ ਵਿੱਚ ਫਿਰ ਲੜਾਈਆਂ ਝਗੜੇ ਹੁੰਦੇ, ਵੈਰ ਵਿਰੋਧ ਹੁੰਦਾ, ਈਰਖਾ ਹੁੰਦੀ, ਨਫ਼ਰਤ ਹੁੰਦੀ, ਧੜਿਆਂ ਦੇ ਵਿੱਚ ਜੀਵਨ ਨੂੰ ਵੰਡਿਆ ਜਾਂਦਾ। ਇਹ ਵੰਡਣ ਵਾਲੇ ਕੌਣ ਨੇ? ਇਹ ਫਿਰ ਜਿਨ੍ਹਾਂ ਨੂੰ ਰਾਜ ਚਲਾਇਆ ਹੋਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਫਿਰ ਇੱਕ ਪਰਿਵਾਰ ਤੋਂ ਲੈ ਕੇ ਸਾਰੇ ਸਮਾਜ ਨੂੰ ਧੜਿਆਂ ਦੇ ਵਿੱਚ ਵੰਡ ਦਿੰਦੇ। ਵੀ ਇਹਨਾਂ ਨੂੰ ਧੜਿਆਂ 'ਚ ਵੰਡ ਦਿਓ, ਇਹਨਾਂ ਦੇ ਅੰਦਰ ਦੁਵਿਧਾ ਪੈਦਾ ਕਰਦੇ, ਉਹਨਾਂ ਨੂੰ ਆਪਸ ਵਿੱਚ ਹੀ ਲੜਾਈ ਚੱਲੋ, ਤਾਂ ਕਿ ਸੁੱਤੇ ਹੀ ਰਹਿਣ, ਭਰਮ 'ਚ ਹੀ ਰਹਿਣ, ਕਿਤੇ ਜਾਗ ਨਾ ਪੈਣ। ਜੇ ਮਨ ਜਾਗ ਪੈਂਦਾ ਤਾਂ ਇਹਨਾਂ ਨੂੰ ਨੌਕਰ ਬਣਨਾ ਪੈਂਦਾ। ਹੁਣ ਜਿਨ੍ਹਾਂ ਨੇ ਰਾਜ ਕਰਨਾ ਸਿੱਖਿਆ ਹੋਵੇ, ਜਿਨ੍ਹਾਂ ਦੇ ਹੱਥੇ ਰਾਜ ਆਇਆ ਹੋਵੇ, ਹੁਣ ਉਹ ਕਦੋਂ ਚਾਹੁੰਦੇ ਵੀ ਸਾਡੇ ਹੱਥੋਂ ਰਾਜ ਜਾਵੇ ਤੇ ਅਸੀਂ ਨੌਕਰ ਬਣੀਏ। ਹੁਣ ਇਸ ਵਾਸਤੇ ਫਿਰ ਉਹ ਚਾਹੁੰਦੇ ਵੀ ਮਨ ਰਾਜਾ ਜਿਹੜਾ ਇਹ ਸੁੱਤਾ ਹੀ ਰਹੇ,
ये जागे ना, इनू बैखे नू ਜ਼ਹਿਰ ਦਿੱਤੀ ਚੱਟ, ਇਹਨਾਂ ਨੂੰ ਧੜਿਆਂ 'ਚ ਵੰਡੀ ਰੱਖੋ। ਮਹਾਰਾਜ ਫਿਰ ਸਾਨੂੰ ਸਮਝਾਉਂਦੇ ਵੀ ਕਲਯੁਗ ਦੇ ਵਿੱਚ ਧੜਿਆਂ ਦੇ ਵਿੱਚ ਸਾਨੂੰ ਵੰਡਣ ਵਾਲੇ ਕੋਈ ਹੋਰ ਨਹੀਂ, ਸਾਡੇ ਅੰਦਰ ਹੀ ਵਿੱਚ। ਫਰਮਾਉਂਦੇ ਨੇ ਕਲਯੁਗ ਮੇ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਮਹਾਰਾਜ ਕਹਿੰਦੇ ਪੰਜ ਦੂਤ ਜਿਹੜੇ ਸਾਰਿਆਂ ਨੂੰ ਧੜਿਆਂ ਦੇ ਵਿੱਚ ਵੰਡਦੇ, ਸਾਡੇ ਅੰਦਰ ਇੱਕ ਦੂਸਰੇ ਪ੍ਰਥਾਏ ਦੁਬਦਾ ਪੈਦਾ ਕਰਦੇ, ਅਭਿਮਾਨ ਪੈਦਾ ਕਰਦੇ, ਹੰਕਾਰ ਪੈਦਾ ਕਰਦੇ, ਸਾਨੂੰ ਧੜਿਆਂ 'ਚ ਵੰਡਦੇ ਅਤੇ ਆਪਸ ਵਿੱਚ ਸਾਨੂੰ ਲੜਾਉਂਦੇ। ਇਹ ਇਸ ਲਈ ਕਹਿੰਦੇ ਵੀ ਇਹਨਾਂ ਨੇ ਸਾਰਿਆਂ ਨੂੰ ਧੜਿਆਂ 'ਚ ਵੰਡਿਆ ਹੋਇਆ। ਕਿਸ ਹੀ ਧੜਾ ਕੀ ਆ ਸੁਤ ਮੀਤ ਨਾਲ ਭਾਈ, ਕਿਸ ਹੀ ਧੜਾ ਕੀ ਆ ਕੁੜਮ ਸਕੇ ਨਾਲ ਜਵਾਈ। ਵੀ ਇਹਨਾਂ ਨੇ ਇਸ ਤਰ੍ਹਾਂ ਸਭ ਨੂੰ ਧੜਿਆਂ 'ਚ ਵੰਡਿਆ ਹੋਇਆ। ਭਾਈ ਭਾਈ ਨੂੰ ਆਪਸ ਵਿੱਚ ਲੜਾ ਦਿੰਦੇ, ਪਿਓ ਪੁੱਤ ਦਾ ਧੜਾ ਬਣਾ ਦਿੰਦੇ, ਔਰਤ ਮਰਦ ਨੂੰ ਲੜਾ ਦਿੰਦੇ, ਸਹੁਰੇ ਜਵਾਈ ਨੂੰ ਲੜਾ ਦਿੰਦੇ, ਉਹਨਾਂ ਦੇ ਵਿੱਚ ਦੁਬਦਾ ਪੈਦਾ ਕਰ ਦਿੰਦੇ। ਇਸ ਤਰ੍ਹਾਂ ਫਿਰ ਇਸ ਸੰਸਾਰ ਦੇ ਵਿੱਚ ਜੀਵਾਂ ਨੂੰ ਦੁਬਦਾ ਦੇ ਵਿੱਚ ਪਾ ਕੇ ਇੱਕ ਦੂਸਰੇ ਪ੍ਰਥਾਏ ਬੈਰ ਵਿਰੋਧ ਪੈਦਾ ਕਰਕੇ ਉਹਨਾਂ ਨੂੰ ਫਿਰ ਧੜਿਆਂ 'ਚ ਵੰਡਦੇ। ਜਦੋਂ ਜੀਵ ਦੇ ਅੰਦਰ ਦੁਬਦਾ ਆ ਜਾਂਦੀ, ਫਿਰ ਉਹ ਆਪਦੇ ਬਾਰੇ ਸੋਚਣਾ ਬੰਦ ਕਰ ਦਿੰਦਾ। ਫਿਰ ਉਹ ਦੂਸਰਿਆਂ ਦੀ ਬੁਰਾਈ ਓ ਕਰਦਾ ਰਹਿੰਦਾ। ਜਿਹਦੇ ਨਾਲ ਵਿਚਾਰ ਨਹੀਂ ਮਿਲਦੇ ਉਹਦੀ ਨਿੰਦਿਆ ਕਰ ਲਈ, ਉਹਨੂੰ ਮਾੜੇ ਵਚਨ ਬੋਲ ਦਿੱਤੇ, ਉਹਦੇ ਨਾਲ ਈਰਖਾ ਕਰ ਲਈ, ਨਫ਼ਰਤ ਕਰ ਲਈ। ਫਿਰ ਇਸ ਤਰ੍ਹਾਂ ਜਿਹੜਾ ਇਹਨੂੰ ਜੀਵਨ ਮਿਲਿਆ ਮਾਨਸ ਜਾਮਾ ਪਦਾਰਥ ਦੇ ਰੂਪ ਦੇ ਵਿੱਚ, ਫਿਰ ਇਹ ਜਨਮ ਪਦਾਰਥ ਨੂੰ ਦੁਬਦਾ ਦੇ ਵਿੱਚ ਵਿਅਰਥ ਗਵਾਉਂਦਾ। ਜਦੋਂ ਸਮਾਂ ਬੀਤ ਜਾਂਦਾ, ਸੁਤੇ ਦਾ ਸਾਰਾ ਲੰਘ ਜਾਂਦਾ, ਅਤੇ ਫਿਰ ਜਦੋਂ ਜਾਗਦਾ ਜਾਮਾ ਕੇ ਜਗਾਉਂਦੇ, ਫਿਰ ਇਹ ਪਛਤਾਉਂਦਾ ਵੀ ਮੈਨੂੰ ਤਾਂ ਰਾਜਾ ਬਣਾਇਆ ਸੀ ਅਤੇ ਮੈਂ ਤਾਂ ਭਿਖਾਰੀ ਬਣਿਆ ਰਿਹਾ, ਸਾਰੀ ਉਮਰ ਹੀ ਮੰਗਤਾ ਬਣਿਆ ਰਿਹਾ, ਵੀ ਮੈਂ ਤਾਂ ਸਾਰਾ ਜੀਵਨ ਵਿਅਰਥ ਹੀ ਖਰਾਬ ਕਰ ਲਿਆ। ਮਹਾਰਾਜ ਇਸ ਅਵਸਥਾ 'ਚ ਫਰਮਾਉਂਦੇ, ਮਰਨ ਲਿਖਾਈ ਮੰਡਲ ਮੇ ਆਏ, ਜਨਮ ਪਦਾਰਥ ਦੁਬਦਾ ਖੋਵੇ, ਆਪ ਨਾ ਚੀਨਸ ਭਰਮ ਭਰਮ ਰੋਵੇ। ਵੀ ਜਿਹੜੇ ਦੁਬਦਾ 'ਚ ਪੈ ਗਏ ਉਹਨਾਂ ਨੇ ਆਪਣੇ ਆਪੇ ਦੀ ਪਹਿਚਾਣ ਨਹੀਂ ਕੀਤੀ, ਉਹਨਾਂ ਨੇ ਆਪਣੇ ਆਪੇ ਨੂੰ ਚੀਨਿਆ ਨਹੀਂ। ਜਦੋਂ ਅਸੀਂ ਆਪਣੇ ਆਪੇ ਨੂੰ ਨਹੀਂ ਚੀਨਾਂਗੇ, ਨਹੀਂ ਪਹਿਚਾਣ ਕਰਾਂਗੇ ਆਪਣੇ ਆਪੇ ਦੀ ਵੀ ਅਸੀਂ ਕੌਣ ਹਾਂ, ਅਤੇ ਸਾਨੂੰ ਫਿਰ ਦੁਬਾਰਾ ਪਛਤਾਉਣਾ ਪਏਗਾ, ਸਾਨੂੰ ਰੋਣਾ ਪਏਗਾ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਤੁਸੀਂ ਪਹਿਚਾਣ ਕਰੋ ਆਪਣੇ ਆਪੇ ਦੀ, ਵੀ ਤੁਸੀਂ ਹੈ ਕੌਣ। ਹੁਣ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਜੋਤ ਸਰੂਪ ਹੋ, ਤੁਸੀਂ ਪ੍ਰਕਾਸ਼ ਰੂਪ ਹੋ ਅਤੇ ਮੇਰਾ ਹੀ ਰੂਪ ਹੋ। ਮਹਾਰਾਜ ਫਰਮਾਉਂਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਈ ਤੂੰ ਜੋਤ ਸਰੂਪ, ਤੂੰ ਪ੍ਰਕਾਸ਼ ਰੂਪ ਹੈ, ਤੂੰ ਮੇਰਾ ਬੱਚਾ ਹੈ ਅਤੇ ਮੇਰਾ ਹੀ ਰੂਪ ਹੈ। ਹੁਣ ਜਦੋਂ ਅਸੀਂ ਭਰਮ 'ਚ ਪੈ ਜਾਂਦੇ ਹਾਂ, ਸੌਂ ਜਾਂਦੇ ਹਾਂ, ਅਸੀਂ ਆਪਦੇ ਆਪ ਨੂੰ ਵੱਖਰੇ ਸਮਝਦੇ ਵੀ ਅਸੀਂ ਵੱਖਰੇ ਹਾਂ, ਦੂਜਾ ਵੱਖਰਾ, ਤੀਜਾ ਕੋਈ ਵੱਖਰਾ, ਪਰਮਾਤਮਾ ਵੱਖਰਾ ਹੈ। ਅਤੇ ਆਪਾਂ ਨੂੰ ਸਮਝਾਉਂਦੇ ਤੁਸੀਂ ਵੱਖਰੇ ਨਹੀਂ, ਤੁਸੀਂ ਮੇਰਾ ਹੀ ਰੂਪ ਹੋ। ਹੁਣ ਉਹ ਫਿਰ ਸਾਨੂੰ ਸਮਝਣ ਵਾਸਤੇ ਸਾਨੂੰ ਜਾਗਣਾ ਪੈਣਾ। ਜਦੋਂ ਅਸੀਂ ਜਾਗਾਂਗੇ ਸਾਨੂੰ ਆਪਣੇ ਆਪੇ ਦੀ ਪਹਿਚਾਣ ਆਏਗੀ, ਅਸੀਂ ਆਪਦੇ ਘਰ ਜਾਵਾਂਗੇ। ਜਦੋਂ ਅਸੀਂ ਆਪਦੇ ਘਰ ਜਾਵਾਂਗੇ ਅਤੇ ਫਿਰ ਅਸੀਂ ਰਾਜ ਕਰਾਂਗੇ ਖਾਲਸ। ਉਦੋਂ ਸਾਡੇ ਮਨ ਨੂੰ ਕਹਿੰਦੇ ਵੀ ਇਹ ਖਾਲਸਾ ਹੈ, ਜਦੋਂ ਇਹ ਪੂਰਨ ਤੌਰ 'ਤੇ ਜਾਗ ਪੈਂਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਪੂਰਨ ਜੋਤ ਜਗੇ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੇ। ਬਈ ਜੇ ਤਾਂ ਸਾਡਾ ਮਨ ਜਾਗ ਪੈਂਦਾ ਫਿਰ ਤਾਂ ਇਹ ਖਾਲਸਾ ਬਣ ਜਾਂਦਾ। ਜਦ ਤੱਕ ਇਹ ਜਾਗਦਾ ਨਹੀਂ, ਉਹਨਾਂ ਸਮਾਂ ਮਹਾਰਾਜ ਕਹਿੰਦੇ ਨਖਾਲਸ,
ਖਾਲਸਾ ਹੁੰਦਾ ਸ਼ੁੱਧ। ਜਿਹੜਾ ਮਨ ਨਿਰਮਲ ਹੋ ਗਿਆ, ਜਿਹੜੇ ਮਨ ਨੇ ਆਪਣੇ ਆਪੇ ਦੀ ਪਹਿਚਾਣ ਕਰ ਲਈ, ਪਰਮਾਤਮਾ ਦੀ ਪਹਿਚਾਣ ਕਰ ਲਈ, ਉਹਨੂੰ ਕਹਿੰਦੇ ਹਰ ਜਨ। ਬਈ ਹਰੀ ਤੇ ਜਨ ਦੇ ਵਿੱਚ ਕੋਈ ਫਰਕ ਨਹੀਂ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੀਂ। ਜਲ ਤੇ ਉਪਜੇ ਤਰੰਗ ਜਿਉਂ ਜਾਲੀ ਵਿਖੇ ਸਮਾਹੀ। ਉਸ ਹਰੀ ਦੇ ਜਨ ਨੂੰ ਹੀ ਫਿਰ ਖਾਲਸਾ ਕਹਿੰਦੇ। ਪਰਮਾਤਮਾ ਵੱਲੋਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੂ ਨਿਵਾਸ। ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਬਈ ਮੇਰਾ ਜਿਹੜਾ ਖਾਲਸਾ ਉਹ ਮੇਰਾ ਹੀ ਰੂਪ ਹੈ, ਕਿਉਂਕਿ ਜਦ ਤੱਕ ਉਹ ਤ੍ਰੈ ਗੁਣਾਂ ਤੋਂ ਉੱਪਰ ਉੱਠੇ ਆ, ਮਾਇਆ ਤੋਂ ਰਹਿਤ ਹੈ, ਉਹ ਚੌਥੇ ਪਦ ਦੇ ਵਿੱਚ ਆਪਦੇ ਘਰ ਵੱਸਦਾ, ਉਹ ਮੇਰਾ ਰੂਪ। ਉਹਦੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ। ਮਹਾਰਾਜ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਜੂ ਮੈਂ ਸਾਰਾ। ਜਾਵੇ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਬਈ ਜਦੋਂ ਇਹ ਤ੍ਰੈ ਗੁਣਾਂ 'ਚ ਚੱਲਾ ਗਿਆ, ਮਾਇਆ ਦੇ ਘਰ ਜਾ ਕੇ ਸੌਂ ਗਿਆ, ਫਿਰ ਮਹਾਰਾਜ ਕਹਿੰਦੇ ਇਹਦੀ ਮੈਂ ਪ੍ਰਤੀਤ ਨਹੀਂ ਕਰਦਾ, ਫਿਰ ਇਹਦੇ 'ਤੇ ਭਰੋਸਾ ਨਹੀਂ ਕਰਦਾ। ਜਿਆਦਾ ਕਿ ਨਿਆਰਾ ਇਹ ਆਪਣੇ ਘਰ ਵੱਸਦਾ, ਉਹਨਾਂ ਸਮਾਂ ਮੇਰਾ ਰੂਪ ਖਾਲਸਾ। ਸੋ ਇਸ ਵਾਸਤੇ ਫਿਰ ਜਦੋਂ ਅਸੀਂ ਤ੍ਰੈ ਗੁਣਾਂ ਦੇ ਵਿੱਚ ਆ ਜਾਂਦੇ, ਮਾਇਆ ਦੇ ਘਰ ਆ ਕੇ ਸੌਂ ਜਾਂਦੇ, ਫਿਰ ਅਸੀਂ ਜਿਹੜੀ ਆਪਣੀ ਪ੍ਰਤੀਤ ਉਹ ਪਰਮਾਤਮਾ ਤੋਂ ਗਵਾ ਲੈਂਦੇ। ਫਿਰ ਉਹ ਸਾਡੇ 'ਤੇ ਭਰੋਸਾ ਨਹੀਂ ਕਰਦੇ। ਮਹਾਰਾਜ ਫਰਮਾਉਂਦੇ ਆਪਣੀ ਪ੍ਰਤੀਤ ਆਪ ਹੀ ਖੋਵੇ, ਬੌਰ ਉਸਕਾ ਵਿਸ਼ਵਾਸ ਨਾ ਹੋਵੇ। ਬਈ ਅਸੀਂ ਜਿਹੜੀ ਪ੍ਰਤੀਤ ਆਪਣੇ ਮਾਤਾ ਪਿਤਾ ਤੋਂ ਖੋਲੀ ਆ, ਹੁਣ ਸਾਡੇ 'ਤੇ ਵਾਹਿਗੁਰੂ ਭਰੋਸਾ ਨਹੀਂ ਕਰਦਾ। ਜਦੋਂ ਸਾਡਾ ਮਨ ਇੱਧਰ ਆ ਕੇ ਨਖਾਲਸ ਹੋ ਗਈ, ਇਹ ਤ੍ਰੈ ਗੁਣਾਂ 'ਚ ਮਾਇਆ ਦੇ ਘਰ ਵਿੱਚ ਆ ਕੇ ਸੌਂ ਗਏ, ਤੇ ਹੁਣ ਉਹ ਭਰੋਸਾ ਨਹੀਂ ਕਰਦਾ। ਮਹਾਰਾਜ ਤਾਈਓ ਕਹਿੰਦੇ ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਬਈ ਵਿਪਰਨ ਦੀ ਰੀਤ ਕੀ, ਜਦੋਂ ਇਹ ਮਾਇਆ ਦੇ ਘਰ 'ਚ ਆ ਗਿਆ, ਸੌਂ ਗਿਆ, ਇਹ ਨਖਾਲਸ ਹੋ ਗਿਆ, ਤੇ ਉਦੋਂ ਪ੍ਰਤੀਤ ਨਹੀਂ ਕਰਦਾ ਮਾਲਕ, ਭਰੋਸਾ ਨਹੀਂ ਕਰਦਾ। ਜਦੋਂ ਹੁਣ ਅਸੀਂ ਫੇਰ ਸ਼ੁੱਧ ਹੋ ਜਾਵਾਂਗੇ, ਸਾਡਾ ਮਨ ਖਾਲਸ ਹੋ ਜਾਏਗਾ, ਤੇ ਫਿਰ ਇਹ ਮਾਲਕ ਦਾ ਹੀ ਰੂਪ ਹੋ ਜਾਂਦਾ। ਇਸ ਲਈ ਫਿਰ ਕਹਿੰਦੇ ਵੀ ਖਾਲਸਾ ਇਕੱਲੇ ਪਹਿਰਾਵੇ ਦਾ ਨਾਂ ਨਹੀਂ ਹੈ। ਇਹ ਨਹੀਂ ਵੀ ਅਸੀਂ ਬਾਹਰੀ ਪਹਿਰਾਵਾ ਪਾ ਲਿਆ ਤੇ ਅਸੀਂ ਖਾਲਸੇ ਬਣ ਗਏ ਜੀ। ਖਾਲਸਾ ਸਾਡੇ ਮਨ ਦੀ ਅਵਸਥਾ। ਇਹ ਨਾ ਹੋਵੇ ਵੀ ਅਸੀਂ ਪਹਿਰਾਵਾ ਗੁਰਮੁਖਾਂ ਵਾਲਾ ਪਾਇਆ ਹੋਵੇ ਤੇ ਅੰਦਰ ਸਾਡੇ ਅੰਦਰ ਦੁਬਦਾ ਹੋਵੇ, ਵੈਰ ਵਿਰੋਧ ਨਾ ਭਰੀ ਹੋਈ, ਸਾਡੇ ਅੰਦਰ ਈਰਖਾ ਇੰਨੀ ਹੋਵੇ, ਨਫ਼ਰਤ ਇੰਨੀ ਹੋਵੇ, ਹਉਮੈ ਹੰਕਾਰ ਇੰਨਾ ਹੋਵੇ, ਤੇ ਅਸੀਂ ਆਖੀ ਅਸੀਂ ਖਾਲਸੇ। ਤੇ ਮਹਾਰਾਜ ਗੁਰਬਾਣੀ 'ਚ ਤਾਂ ਉਹਨੂੰ ਖਾਲਸਾ ਕਹਿੰਦੀ। ਖਾਲਸੇ ਦੀ ਜਿਹੜੀ ਪਹਿਚਾਣ ਸਾਨੂੰ ਦੱਸੀ ਹੈ, ਖਾਲਸਾ ਉਹ ਹੈ ਜਿਹਨੇ ਪ੍ਰੇਮਾ ਭਗਤੀ ਨੂੰ ਜਾਣਿਆ, ਜਿਹੜਾ ਪ੍ਰੇਮ ਦੇ ਮਾਰਗ ਦੇ ਉੱਤੇ ਚੱਲਦਾ, ਲਿਵ ਦੇ ਮਾਰਗ 'ਤੇ ਚੱਲਦਾ, ਉਹਨਾਂ ਨੂੰ ਕਹਿੰਦੇ ਵੀ ਇਹ ਖਾਲਸਾ ਹੈ। ਤੇ ਬਾਬਾ ਕਬੀਰ ਜੀ ਫਰਮਾਉਂਦੇ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਬਈ ਉਹ ਗੁਰਮੁਖ ਖਾਲਸੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣਿਆ, ਜਿਹੜੇ ਮਾਲਕ ਦੀ ਭਗਤੀ ਕਰਦੇ ਉਹ ਖਾਲਸੇ, ਜਿਹੜੇ ਘਰ ਚਲੇ ਗਏ ਉਹ ਖਾਲਸੇ। ਜਦੋਂ ਅਸੀਂ ਖਾਲਸੇ ਹੋ ਗਏ ਤੇ ਖਾਲਸੇ ਦਾ ਰਾਜ, ਹਲੀਮੀ ਰਾਜ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਖਾਲਸਾ ਜਿਹੜਾ ਹੈ ਉਹ ਸਾਡੇ ਮਨ ਨੇ ਬਣਨਾ, ਸਾਡੇ ਮਨ ਦੀ ਅਵਸਥਾ ਹੈ। ਜਦੋਂ ਦਾ ਮਨ ਵਿਚਾਰਾਂ 'ਚ ਦੁਬਦਾ, ਵੈਰ ਵਿਰੋਧ 'ਚ ਨਖਾਲਸ, ਜਦੋਂ ਇਹ ਸ਼ੁੱਧ ਹੋ ਗਿਆ, ਪਿਓਰ ਹੋ ਗਿਆ, ਉਦੋਂ ਕਹਿੰਦੇ ਖਾਲਸਾ। ਜਦੋਂ ਇਹ ਜਾਗ ਪਿਆ, ਆਪਦੇ ਘਰ ਚਲਾ ਗਿਆ, ਜਦੋਂ ਮਨ ਦੀ ਸਾਨੂੰ ਪਹਿਚਾਣ ਆ ਗਈ ਬਈ ਸਾਡਾ ਜਿਹੜਾ ਮਨ ਹੈ
ये आरसी है शीशा। महाराज कहते ये मन आरसी को गुरमुख देखी, भी कोई गुरमुख ही आपदे मन नूं देखदा। ते सतगुरु कहते भी जिन्हां ने आपदे मन की पहचान कर ली वो फिर खालसे हो गई। हुण आपां नूं फिर इसलिए समझाउंदे भी तुसीं पहचान कर अपने आपे दी भी तुसीं कौन। जिदण सानूं अपना स्वरूप नज़र आउण लग गया, सानूं अपने आपे दी पहचान आ गई, उस दिन अपने ते परमात्मा दे विच फिर कोई फर्क नहीं रहिंदा, कोई अंतर नहीं रहिंदा। महाराज फरमाउंदे नानक गुरमुख आप पछाणे प्रभ जैसे अविनासी। भी जिस दिन सानू अपने आपे की पहचान आ जाएगी, साडे ते अविनासी परमात्मा दे विच कोई फर्क नहीं रहना। उस दिन सानू भी अविनासी राज मिल जांदा। एक तां हुंदा संसार दा, ये संसार सारा ही नासवान है। अविनाशी हुंदा भी जिहदा नाश नहीं हुंदा, जिहड़ा कदे खत्म नहीं हुंदा, सदा रहण वाला। हुण जिहड़े गुरमुख खालसे बने, जिहड़े अपने घर गए, उन्हां नूं अविनाशी राज मिल गए। जिवें बाबा कबीर जी कहंदे भी असीं जदों गढ़ दे विच गए, मंदिर दे विच गए, गुरुद्वारे च गए, ते सानू उथों मालक तो अविनाशी राज सी जिहड़ा वो प्राप्त हो गई। क्योंकि जिहड़ा खालसा राज उहनूं अविनाशी राज भी कहंदे। खालसे दा राज अविनाशी राज। ये संसार दा तां राज नाश हो जांदा, इत्थे तां कुछ भी सदा रहण वाला नहीं। जे मान लो जिवें हुण संसार च जीव कहंदा भी खालसे ने राज करना जी, असीं किहड़े इत्थे सदा बैठे रहण। ये संसार दे विच तां सारा कुछ ही नासवान है, इत्थे तां मिथया होया। ये कोई अविनाशी थोड़ी है भी असीं आखीए भी असीं राज लै लिया ते फिर ये असीं सदा वास्ते जिहड़ा हो गया। ये तां सारा कुछ ही नासवान मिथया होया, इहनूं तां कूड़ कहंदे महाराज। अविनाशी हुंदा भी जिहदा कदे नाश नहीं हुंदा। खालसा राज हुंदा भी जिहड़ा कदे खत्म नहीं हुंदा, सदा अविनाशी। ते वो खालसा राज फिर भगतां ने लिया, जिस नूं महाराज फरमाउंदे दास कमीर चढ़ियो गढ़ उपर राज लियो अविनाशी। वो कहंदे भी जदों असीं घर गए ते असीं वो राज लै लिया जिहड़ा अविनाशी, जिहड़ा कदे खत्म नहीं हुंदा, खालसा राज। हुण आपां नूं कहंदे भी जे तुसीं भी खालसा राज लैना चाहुंदे हो, तुसीं भी अविनाशी राज लेना चाहुंदे हो, फिर तुसीं की करो। आपां नूं फिर खोज के एक तत्त दी गल दसदे, निचोड़ कढ के। महाराज कहंदे जे तुसीं खालसा राज लेना चाहुंदे हो, अविनाशी राज लेना चाहुंदे हो, फिर तुसीं सदा ही परमात्मा नूं सिमरो, सदा ही उहदा सिमरन कर। फरमाउंदे ने खोजत खोजत इहो तत्त विचारियो, दास गोबिंद परैण अविनाशी खेम, चाहे जे नानक सदा सिमरन रैण। बई जे तुसीं अविनाशी खालसा राज चाहुंदे फिर तुसीं सदा परमात्मा दा सिमरन कर। फिर तुसीं जिहड़े परमात्मा दे दास ने, जिन्हां नूं संत साधु गुरसिख गुरमुख आखी, तुसीं उन्हां दा संग करो। जदों तुसीं उन्हां दा संग करोगे वो तुहानूं दसणगे भी किवें खालसा राज मिलदा, किवें खालसे ने राज करना, किवें अविनाशी राज मिलना। सन आपां नूं फिर समझाउंदे भी अविनाशी तां असीं मालक नूं मिल के ही हो सकदी। इस वास्ते फिर कहंदे भी जिहड़े गुरमुखां ने फिर प्रेमा भगती नूं जाणे आ, जिहड़े खालसे हो गए, उन्हां ने खालस राज कीता ते उन्हां नूं फिर ये अविनाशी राज मिले। बई एक खेल सी मालक दा। महाराज फरमाउंदे हर प्रभ ठाकर काज रचाया, तन हिरदे नाम बगासी, जन नानक बोले चौथी लावे, हर पाया प्रभ अविनाशी।
ਵੀ ਸਾਡੇ ਮਨ ਦੀਆਂ ਲਾਵਾਂ ਜਿਹੜੀਆਂ ਉਹ ਮੁਕੰਮਲ ਹੋ ਗਈਆਂ ਅਤੇ ਜਿਹੜਾ ਅਵਿਨਾਸੀ ਪਰਮਾਤਮਾ ਸੀ ਉਹਦੇ ਨਾਲ ਮਿਲਾਪ ਹੋ ਗਿਆ ਅਤੇ ਆਪਾਂ ਵੀ ਸਦਾ ਵਾਸਤੇ ਅਵਿਨਾਸੀ ਹੋ ਗਏ, ਅਵਿਨਾਸੀ ਰਾਜ ਮਿਲ ਗਿਆ, ਖਾਲਸਾ ਰਾਜ ਮਿਲ ਗਿਆ। ਹੁਣ ਐਸੇ ਗੁਰਮੁਖ ਹੋਏ ਜਿਨ੍ਹਾਂ ਨੇ ਖਾਲਸਾ ਰਾਜ ਕੀਤਾ, ਉਹ ਆਪ ਤਾਂ ਮੁਕਤ ਹੋਈ, ਉਹ ਸਾਰੀ ਨਗਰੀ ਨੂੰ ਮੁਕਤ ਕਰਾ ਕੇ ਲੈ ਗਈ। ਵੀ ਇਹ ਜਿਹੜਾ ਸਰੀਰ ਇਹਨੂੰ ਨਗਰੀ ਕਹਿੰਦੇ, ਇਹਨੂੰ ਦੇਸ਼ ਕਹਿੰਦੇ, ਇਹਦੇ ਵਿੱਚ ਕਰੋੜਾਂ ਜੀਵ ਵਸਦੇ। ਜਦੋਂ ਮਨ ਖਾਲਸਾ ਹੋ ਜਾਂਦਾ ਫਿਰ ਖਾਲਸਾ ਰਾਜ ਕਰਦਾ, ਫਿਰ ਉਹ ਆਪ ਵੀ ਅੰਮ੍ਰਿਤ ਪੀਂਦਾ ਅਤੇ ਜਿਹੜੀ ਪਰਜਾ ਹੈ ਉਹ ਪਰਜਾ ਦੇ ਜਿਹੜੇ ਅੱਗੇ ਮਨ ਨੇ ਉਹ ਮਨਾਂ ਦੀ ਖੁਰਾਕ ਅੰਮ੍ਰਿਤ ਹੈ। ਫਿਰ ਇਹ ਰਾਜਾ ਆਪਣੇ ਅੰਦਰ ਜਿਹੜੇ ਖੀਰ ਸਮੁੰਦਰ ਉਹਨਾਂ ਨੂੰ ਬਲੋ ਕੇ ਉਹਨਾਂ ਨੂੰ ਰਿੜਕ ਕੇ ਫਿਰ ਇਹ ਅੰਮ੍ਰਿਤ ਤਿਆਰ ਕਰਦਾ ਅਤੇ ਫਿਰ ਇਹ ਪਰਜਾ ਨੂੰ ਪਿਆਉਂਦਾ। ਜਦੋਂ ਪਰਜਾ ਅੰਮ੍ਰਿਤ ਪੀਂਦੀ ਅਤੇ ਸਾਰੀ ਪਰਜਾ ਹੀ ਅਮਰ ਹੋ ਜਾਂਦੀ, ਸਾਰੀ ਨਗਰੀ ਅਮਰ ਹੋ ਜਾਂਦੀ। ਮਹਾਰਾਜ ਫਰਮਾਉਂਦੇ, ਮੇਰੇ ਰਾਮ ਐਸਾ ਖੀਰ ਬਲੋਈਏ, ਗੁਰਮਤਿ ਮਨੁਆ ਅਸਥਿਰ ਰੱਖੋ, ਇਨ ਬਿਦ ਅੰਮ੍ਰਿਤ ਪੀਓਈਏ। ਬਈ ਮਨ ਰਾਜਾ ਫਿਰ ਜਿਹੜਾ ਖਾਲਸ ਹੋ ਗਿਆ ਉਹ ਫਿਰ ਸਾਰੀ ਪਰਜਾ ਨੂੰ ਅੰਮ੍ਰਿਤ ਪਿਆਉਂਦਾ। ਜਿਹੜੀ ਪਰਜਾ ਫਿਰ ਅੰਮ੍ਰਿਤ ਪੀਂਦੀ, ਅੰਮ੍ਰਿਤ ਪੀਵੇ ਅੰਮ੍ਰਿਤ ਹੋਵੇ। ਵੀ ਜਿਹੜੇ ਜਿਹੜੇ ਅੰਮ੍ਰਿਤ ਪੀਤੀ ਜਾਂਦੇ ਉਹ ਸਾਰੇ ਅਮਰ ਹੋਈ ਜਾਂਦੇ, ਸਾਰਾ ਜਹਾਨ ਹੀ ਅਮਰ ਹੋ ਜਾਂਦਾ। ਤਾਂ ਫਿਰ ਇਹ ਰਾਜੇ ਦੀ ਜੈ ਜੈਕਾਰ ਕਰਦੇ, ਫਿਰ ਕਹਿੰਦੇ ਵੀ ਸਾਡਾ ਰਾਜਾ ਜਿਹੜਾ ਉਹ ਖਾਲਸਾ। ਅਤੇ ਇਸ ਅਵਸਥਾ 'ਚ ਮਹਾਰਾਜ ਕਹਿੰਦੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੀ ਜਹਾਨ। ਵੀ ਜਦੋਂ ਸਾਡਾ ਮਨ ਸੱਚ ਦੇ ਮਾਰਗ ਦੇ ਉੱਤੇ ਚੱਲਦਾ, ਭਗਤੀ ਕਰਦਾ, ਇਹ ਖਾਲਸਾ ਹੋ ਜਾਂਦਾ, ਇਹਨੂੰ ਅਵਿਨਾਸੀ ਰਾਜ ਮਿਲ ਜਾਂਦਾ ਅਤੇ ਸਾਰੀ ਨਗਰੀ ਨੂੰ ਹੀ ਫਿਰ ਇਹ ਅਮਰ ਕਰਾ ਦਿੰਦਾ। ਸਾਰੀ ਨਗਰੀ ਨੂੰ ਹੀ ਇਹ ਆਪਦੇ ਨਾਲ ਮੁਕਤ ਕਰਕੇ ਲੈ ਜਾਂਦਾ। ਅਤੇ ਤਾਂ ਫਿਰ ਮਹਾਰਾਜ ਕਹਿੰਦੇ, ਅਬ ਹੁਆ ਅਵਿਨਾਸੀ ਰਾਜ ਜੀਓ। ਵੀ ਉਦੋਂ ਫਿਰ ਅਵਿਨਾਸੀ ਰਾਜ ਹੁੰਦਾ, ਉਦੋਂ ਹਲੀਮੀ ਰਾਜ ਹੁੰਦਾ, ਤਬ ਹੁਆ ਹਲੀਮੀ ਰਾਜ ਜੀ। ਵੀ ਫਿਰ ਹਲੀਮੀ ਰਾਜ, ਖਾਲਸਾ ਰਾਜ, ਅਵਿਨਾਸੀ ਰਾਜ, ਜਿਹੜਾ ਕਿ ਕਦੇ ਨਾਸਵਾਨ ਨਹੀਂ ਹੁੰਦਾ, ਜਿਹੜਾ ਕਦੇ ਖਤਮ ਨਹੀਂ ਹੁੰਦਾ। ਇਹ ਸੰਸਾਰ ਦਾ ਤਾਂ ਖਤਮ ਹੋ ਜਾਂਦਾ, ਇਹ ਸਰੀਰ ਵੀ ਨਾਸਵਾਨ ਹੈ ਅਤੇ ਇਹਦੇ ਨਾਲ ਜਿਹੜੇ ਅਹੁਦੇ ਨੇ ਉਹ ਅਹੁਦੇ ਵੀ ਨਾਸਵਾਨ ਮਿਥੇ ਹੋਏ ਨੇ। ਹੁਣ ਜੇ ਅਸੀਂ ਮਾਲਕ ਦੇ ਨਾਲ ਨਹੀਂ ਜੁੜਦੇ, ਨਾਮ ਦੇ ਨਾਲ ਨਹੀਂ ਜੁੜਦੇ, ਫਿਰ ਜਿਹੜੇ ਇੱਧਰ ਰੰਗ ਨੇ ਇਹਨੂੰ ਮਾਇਆ ਦੇ ਚੜ੍ਹੇ ਹੋਏ, ਇਹਨੂੰ ਕੂੜ ਦੇ ਰੰਗ ਕਹਿੰਦੇ, ਇਹਨੂੰ ਕੂੜ ਦਾ ਰਾਜ ਕਹਿੰਦੇ। ਮਹਾਰਾਜ ਕਹਿੰਦੇ ਵੀ ਇਹਦੇ ਵਿੱਚ ਫਿਰ ਜਿਹੜੇ ਨੂੰ ਰੰਗ ਚੜ੍ਹੇ ਮਾਇਆ ਦੇ ਲੱਥ ਜਾਂਦੇ। ਜਦੋਂ ਇਹਨੂੰ ਫਿਰ ਇੱਥੋਂ ਲੈ ਕੇ ਜਾਂਦੇ, ਫਿਰ ਜੰਮ ਨੰਗਾ ਕਰਕੇ, ਫਿਰ ਬੇਇੱਜ਼ਤ ਕਰਕੇ, ਬੇਪੱਤ ਕਰਕੇ ਲੈ ਕੇ ਜਾਂਦੇ, ਫਿਰ ਇਹਦੀ ਕੋਈ ਇੱਜ਼ਤ ਨਹੀਂ ਰਹਿੰਦੀ। ਮਹਾਰਾਜ ਇਸ ਲਈ ਫਰਮਾਉਂਦੇ, ਰਾਜ ਰੰਗ ਮਾਲ ਰੰਗ, ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਮੇ ਪੱਤ ਗਿਆ ਗਵਾਈ। ਵੀ ਇੱਧਰ ਇਹਨੂੰ ਬੜੇ ਰੰਗ ਚੜ੍ਹੇ ਸੀ, ਰਾਜ ਦਾ ਰੰਗ, ਮਾਲ ਦਾ ਰੰਗ, ਵੀ ਮੇਰੇ ਕੋਲ ਬੜਾ ਮਾਲ ਧਨ ਹੈ। ਹੁਣ ਜਦੋਂ ਮਨ ਨੂੰ ਫਿਰ ਇੱਧਰੋਂ ਕੱਢਿਆ ਸਰੀਰ ਦੇ ਵਿੱਚੋਂ ਅਤੇ ਇਹਨੂੰ ਨੰਗਾ ਕਰ ਲਿਆ, ਕਿਉਂਕਿ ਨਾਮ ਧਨ ਨਹੀਂ ਪੱਲੀ, ਖਾਲਸਾ ਨਹੀਂ ਬਣਿਆ, ਨਖਾਲਸ ਬਣਿਆ ਰਿਹਾ। ਫਿਰ ਇਹਨੂੰ ਬੇਇੱਜ਼ਤ ਕਰਕੇ, ਬੇਪੱਤ ਕਰਕੇ ਲੈ ਕੇ ਜਾਂਦੇ। ਅਤੇ ਮਹਾਰਾਜ ਫਿਰ ਇਸ ਲਈ ਸਮਝਾਉਂਦੇ ਵੀ ਜਿਹੜੀ ਇੱਜ਼ਤ ਪੱਤ ਹੈ ਉਹ ਖਾਲਸੇ ਦੀ, ਕਿਉਂਕਿ ਖਾਲਸਾ ਜਿਹੜਾ ਉਹ ਨਾਮ ਦੇ ਨਾਲ ਜੁੜਿਆ ਅਤੇ ਖਾਲਸੇ ਦਾ ਜਿਹੜਾ ਪਹਿਨਣਾ ਉਹ ਨਾਮ ਹੈ। ਖਾਲਸੇ ਦਾ ਜਿਹੜਾ ਭੋਜਨ ਹੈ ਉਹ ਵੀ ਨਾਮ ਰਸ ਹੈ, ਅੰਮ੍ਰਿਤ ਰਸ, ਜਿਹਨੂੰ ਛਕਣ ਦੇ ਨਾਲ ਸਾਡੇ ਮਨ ਦੀ ਤ੍ਰਿਪਤੀ ਹੋ ਜਾਂਦੀ। ਮਹਾਰਾਜ ਤਾਈਆਂ ਫਰਮਾਉਂਦੇ, ਹਰ ਨਾਮ ਹਮਾਰਾ ਭੋਜਨ ਛਤੀ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਪਈ।
हर नाम हमारा पहिनन जित फिर नंगे ना हो गई, होर पहिनन की हमारी सरद गई। बई हरि का नाम ही गुरमुखां का पहिनना ते नाम ही भोजन। जिन्हां ने फिर अपना आधार नाम नूं बना लिया आसरा, उन्हां मनां दी सारी भुख खत्म हो जाती। तृष्णा, सैंसे फिकर, आशा विलाशावां ये सब खत्म हो जाती। उन्हां दे मन की तृप्ति हो जाती। उन्हां दा मन जिहड़ा भुखा नहीं रहिंदा, भुखा रज जांदा। महाराज इसलिए फरमाउंदे, साचा नाम मेरा आधारो, साच नाम आधार मेरा, जन भुखा सब गवाइयां। कर शांत सुख मन आए वसिया, जन इच्छा सब पुजाइयां। महाराज कहते भी जिन्हां ने आधार अपना नाम नूं बना लिया, उन्हां दियां सारियां भुखां खत्म हो गई। वो मन सी जिहड़े रज पुज गए, उन्हां दी तृष्णा कोई ना रही। ते जे संसार दे विच जीव आखे भी मैं संसार दे विच भी मेरी तृष्णा खत्म हो जी, मेरी भुख खत्म हो जी, मैनूं सबर संतोख आ जे, ते नाम तो बिना आउंदा नहीं। जिन्नी मर्जी जीव धन दौलत इकट्ठी कर लवे, वो भुखे ने फिर भुखे दा भुखा ही रहना, नंगे ने फिर नंगा ही रहना। ताइयां महाराज रोज़ समझाउंदे, भुखियां भुख ना उतरी जे वन्ना बुरियां भार। बई जीव किन्ना भी पुरियां दा, जिमें हुण आपां पिंड कहने आ, शहर कहने आ, पुराने समय च पुरियां कहंदे सी। महाराज कहंदे भी जीव किन्नियां भी पुरियां दा, किन्ने पिंडां दा, शहरां दा, किन्नी जमीन जायदाद दा मालक बन जी, वो भुखे की भुख नहीं उतरनी, वो भुखे की भुख होर वधी जानी गां दी गां। क्योंकि भुखा जिहड़ा मन है, तो मन की भुख ये संसारी जमीन जायदादां दे नाल जां माया दे नाल नहीं बुझदी, इहदे नाल तां भुख होर वधी जानी, अगे दी अगे घटनी नहीं। ताइयों महाराज फरमाउंदे, तृष्णा विरले की ही बूझी है, कोट जोरे लाख करोरे मन ना होरे, परे परे को ही लूझी है। महाराज कहते भी तृष्णा विरलियां दी बुझदी, नहीं तो संसार च जीव करोड़ां अरबां जोड़ी जांदा, वो अगे दी अगे तृष्णा होर वधी जाती, वो घटदी नहीं, वो गां दी गां होर वधी जाती, होर होवे होर होवे। महाराज इसलिए फिर दसदे भी तृष्णा विरलियां दी बुझदी। विरले किन्हां दी, जिहड़े नाम नाल जुड़ गए। महाराज फरमाउंदे, तृष्णा बूझे हर के नाम, भी परमात्मा दे नाम द्वारा ये तृष्णा बुझनी, नहीं तो ये तृष्णा खत्म नहीं होती। ना जीव दे अखां दी तृष्णा खत्म होवे देखण दी, ना कन्नां दी तृष्णा खत्म होवे सुनन दी, ना बोलण दी रसना दी तृष्णा मुक्के। ये भुखे की भुख उतरदी ही नहीं। सतगुरु कहंदे भुखा रजे तां जे परमात्मा दे गुण गावे, गुण गा के नाम तक पहुँचे, नाम दे विच समावे, ते भुखा रजे। फिर इसलिए गुरु नानक पातशाह फरमाउंदे, आखण आख न रजिया, सुन न रजे कन, अखीं वेख न रजियां, गुण गाहक इक बन, भुखियां भुख न उतरे, गली भुख न जाए, नानक भुखा ता रजे, जे गुण किह गुणी समाई। मारे कहंदे भी जीव की ये भुख खत्म नहीं होंदी, ना अखां दी, ना कन्नां दी, ना रसना दी। भी ये भुखा तां रजे जे मालक दे गुण गावे, जे परमात्मा दा सिमरन करे, भगती करे, ਉਹਦੇ गुण गा गा के ਉਹਦੇ ਵਿੱਚ ਲੀਨ ਹੋਵੇ, ਤੇ ਭੁੱਖੇ ਦੀ ਭੁੱਖ ਉਤਰੇ, ਇਹ ਭੁੱਖਾ ਰੱਜੇ ਦੀ ਤ੍ਰਿਪਤੀ ਹੋਵੇ। ਸੋ ਤਾਂ ਫਿਰ ਸਾਨੂੰ ਸਮਝਾਉਂਦੇ ਵੀ ਜੇ ਤੁਸੀਂ ਮਨ ਦੀ ਤ੍ਰਿਪਤੀ ਚਾਹੁੰਦੇ ਹੋ, ਜੇ ਤੁਸੀਂ ਸਬਰ ਸੰਤੋਖ ਚਾਹੁੰਦੇ ਹੋ, ਫਿਰ ਤੁਸੀਂ ਮਾਲਕ ਦੇ ਗੁਣ ਗਾਵੋ, ਤੁਸੀਂ ਉਹਦਾ ਸਿਮਰਨ ਕਰੋ। ਜਿਉਂ-ਜਿਉਂ ਅਸੀਂ ਅਭਿਆਸ ਕਰਾਂਗੇ, ਸਿਮਰਨ ਕਰਾਂਗੇ, ਜਿਹੜਾ ਸਾਡਾ ਮਨ ਨਖਾਲਸ ਹੋਇਆ ਹੋਇਆ,
फिर ज्यों-ज्यों धोता जाएगा, शुद्ध होएगा, फिर त्यों-त्यों ने खालस होना। ज्यों-ज्यों शुद्ध होएगा त्यों-त्यों खालस होएगा। खालस हुंदा भी प्योर, भी जिहदे विच कोई मिलावट नहीं है। जदों इहदे विच मिलावट है, मिलावट काहदी? विचारां दी। जद तक साडे अंदर आशा है, अभिलाषा है, तृष्णा ने, सैंसे ने, फिक्र ने, जद तक साडे अंदर दुविधा है, ईर्खा है, वैर विरोध है, नफरत है, हौमे हंकार है, तो असी आखिए भी असी शुद्ध हाँ जी। तो शुद्ध काहदे नाल हो गई? जिवें आम जीव कह दिंदा मन शुद्ध होना चाहिए जी। गुरुद्वारे जाना तो मन शुद्ध करके जाना जी। हुण उन्हां नूं ये नहीं पता भी मन है जिहड़ा वो इदां शुद्ध नहीं हुंदा। मन तो जद तक असी गुरु की मत नहीं लेंदे, सानूं तो मन का ही नहीं पता भी मन है की चीज़। महाराज इसलिए समझाउंदे भी जब तक जीव सत्संगत नहीं करता उन्ना समा उहदा मन है जिहड़ा मैल दे नाल भरिया रहिंदा। वो कहंदा मन शुद्ध होना चाहिए, उन्होंने ये नहीं पता मैल नाल भरिया पिया, बई ये वैर विरोध नाल तां भरिया होया, सैंसे फिकरां चिंतावां दे नाल तां भरिया पिया। तो इस वास्ते महाराज फरमाउंदे बिन भागां सतसंग न लभे, बिन संगत मैल भरी जै जीओ। कि बिना भागां तो सानू सतसंगत नहीं मिलती, तो सतसंगत तो बिना ही मैल दे नाल भरिया। जद तक मैल दे नाल भरिया इहदे विच मिलावट है, तो असी आखिए भी असी खालसे हाँ जी। तो खालसे काहदे? खालसा तो हुंदा प्योर भी जिहदे च कोई मिलावट नहीं, जिहदे विच कोई विचारां दी मिलावट नहीं, जिहदे अंदर ये वैर विरोध है, ईर्खा नफरत, तो वो तो महाराज कहते मनमुख। इस वास्ते फिर समझाउंदे भी खालसा साडे मन ने बनना, किसी पहरावे का कला ना खालस नहीं है। खालसा साडे मन की अवस्था है। मन साडा हुण खालस होएगा जदों असीं सिमरन करांगे, सत संगत करांगे, नाल नाल मन नूं गुरु की मत ज्ञान देवांगे, फिर साडा मन खालस तो फिर खालस होएगा। तो जदों खालस होएगा फिर खालसा राज होएगा। हुण किवें असीं मन नूं शुद्ध करना, उहदे वास्ते सतगुरु जो आपां नूं इस वास गिरा सिमरन अभ्यास दस रहे ने। आओ सारे गुरमुख प्यारे करो जी शुरू। वाहे गुरु 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 वाहे
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਿਉਂ-ਜਿਉਂ ਆਪਾਂ ਇਹ ਅਭਿਆਸ ਕਰਦੇ ਸਾਡੇ ਮਨ ਦੇ ਉੱਤੇ ਜਿਹੜੀ ਵਿਚਾਰਾਂ ਦੀ ਸੈਂਸੇ ਫਿਕਰਾਂ ਦੀ ਦੁਵਿਧਾ ਦੀ ਮੈਲ ਲੱਗੀ ਹੁੰਦੀ ਫਿਰ ਇਹ ਸਾਡੇ ਮਨ ਦੀ ਮੈਲ ਲੈਂਦੀ। ਜਿਉਂ-ਜਿਉਂ ਸਾਡੇ ਮਨ ਦੀ ਮੈਲ ਲੱਥੇਗੀ ਸਾਡਾ ਮਨ ਸ਼ੁੱਧ ਹੋਏਗਾ। ਸਾਡੇ ਅੰਦਰੋਂ ਜਿਹੜਾ ਦੁਵਿਧਾ ਤੇਰ ਮੇਰੇ ਖਤਮ ਹੋਏਗੀ। ਤਾਂਹੀਓ ਮਾਰੇ ਕਹਿੰਦੇ ਵੀ ਜਿੱਥੇ ਫਿਰ ਸਾਧੂ ਜਨ ਬੈਠਦੇ ਉਹ ਥਾਂ ਜਿਹੜਾ ਉਹ ਸੋਹਣਾ ਹੋ ਜਾਂਦਾ, ਉਹ ਧਰਤੀ ਪਵਿੱਤਰ ਹੋ ਜਾਂਦੀ, ਕਿਉਂਕਿ ਉਹ ਪਰਮਾਤਮਾ ਦੇ ਗੁਣ ਗਾਉਂਦੇ ਤੇ ਉਹ ਪਰਮਾਤਮਾ ਉਹ ਸਮਰੱਥ ਨੂੰ ਸਿਮਰਦੇ ਤੇ ਜਿਹੜਾ ਸਾਡੇ ਅੰਦਰ ਫਿਰ ਇਹ ਦੁਵਿਧਾ ਹੁੰਦੀ ਹੈ ਖਤਮ ਹੋ ਜਾਂਦੀ। ਇਸ ਲਈ ਫਰਮਾਉਂਦੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸਹੰਦਾ, ਉਹ ਸੇਵਨ ਸਮਰੱਥ ਆਪਣਾ ਬਿਨ ਸੇ ਸਭ ਮੰਦਾ। ਵੀ ਉਹ ਸਮਰੱਥ ਪੁਰਖ ਪਰਮਾਤਮਾ ਨੂੰ ਸਿਮਰਦੇ ਤੇ ਸਾਡੇ ਅੰਦਰ ਜਿਹੜਾ ਇਹ ਮੰਦਾ, ਜਿਹੜਾ ਸਾਨੂੰ ਮੰਦਾ ਲੱਗਦਾ, ਬੁਰਾ ਲੱਗਦਾ, ਉਹ ਬੁਰਾਪਨ ਸਾਡੇ ਅੰਦਰੋਂ ਦੁਵਿਧਾ ਜਿਹੜੀ ਉਹ ਖਤਮ ਹੋ ਜਾਂਦੀ। ਜਦੋਂ ਸਾਡੇ ਅੰਦਰੋਂ ਦੁਵਿਧਾ ਖਤਮ ਹੋ ਜਾਏਗੀ ਅਸੀਂ ਆਪਣੇ ਆਪੇ ਦੀ ਪਹਿਚਾਣ ਕਰ ਲਾਂਗੇ। ਫਿਰ ਉਦੋਂ ਕਹਿੰਦੇ ਵੀ ਇਹ ਮਨ ਜਿਹੜਾ ਇਹ ਖਾਲਸਾ, ਤੇ ਖਾਲਸਾ ਕਿਹਦਾ? ਵੀ ਕਿਸੇ ਬੰਦੇ ਦਾ ਨਹੀਂ, ਪਰਮਾਤਮਾ ਦਾ, ਵਾਹਿਗੁਰੂ ਦਾ ਖਾਲਸਾ। ਤੇ ਫਿਰ ਖੇਲ ਇਹ ਯੁੱਧ ਹੈ ਆਪਣਾ ਇਹਨਾਂ ਦੇ ਨਾਲ, ਪੰਜਾਂ ਦੂਤਾਂ ਦੇ ਨਾਲ। ਜਦੋਂ ਫਿਰ ਇਹ ਆਪਾਂ ਯੁੱਧ ਕਰਦੇ ਹਾਂ ਤੇ ਫਿਰ ਯੁੱਧ ਤੋਂ ਬਾਅਦ ਜਦੋਂ ਮਨ ਖਾਲਸਾ ਹੋ ਜਾਂਦਾ, ਫਤਿਹ ਪ੍ਰਾਪਤ ਹੋ ਜਾਂਦੀ। ਫਿਰ ਇਸ ਲਈ ਕਹਿੰਦੇ ਵੀ ਜਿਹੜੀ ਫਤਿਹ ਹੋਈ ਉਹ ਵੀ ਮਾਲਕ ਦੀ ਕਿਰਪਾ ਦੇ ਨਾਲ ਹੋਈ ਤੇ ਉਹਦੀ ਫਤਿਹ ਤੇ ਉਹਦਾ ਹੀ ਖਾਲਸਾ। ਇਸ ਕਰਕੇ ਫਿਰ ਆਪਾਂ ਜਿਹੜੀ ਇਹ ਫਤਿਹ ਗਜਾਉਂਦੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਇਹ ਆਪਾਂ ਨੂੰ ਫਤਿਹ ਆਖਿਆ ਬੁਲਾਉਣ ਨੂੰ, ਇਸ ਤੋਂ ਪਹਿਲਾਂ ਉਦੋਂ ਕਹਿੰਦੇ ਹੁੰਦੇ ਵੀ 20 ਵੈਸਵੇ ਮਨ ਸੀ ਜਿਹੜਾ ਇਹਨਾਂ ਦਾ ਮੰਨ ਗਿਆ, ਵੀ ਪੂਰਾ ਮੰਨ ਗਿਆ। ਫਿਰ ਉਸ ਤੋਂ ਬਾਅਦ ਉਹ ਕਹਿੰਦੇ ਵੀ 100% ਵੀ ਪੂਰਾ ਮੰਨ ਗਿਆ, ਵੀ ਪੂਰਾ ਖਾਲਸਾ ਹੋ ਗਿਆ, ਪਿਓਰ ਹੋ ਗਿਆ। ਤੇ ਉਦੋਂ ਹੀ ਫਿਰ ਇਹ ਜਿਹੜਾ ਜਕਾਰਾ ਆਪਾਂ ਛੱਡਦੇ ਹਾਂ, ਬੁਲਾਉਂਦੇ ਹਾਂ, ਇਹ ਜਿੱਤ ਦਾ ਪ੍ਰਤੀਕ, ਵੀ ਹੁਣ ਇਹ ਜਿੱਤ ਗਏ ਤੇ ਇਹ ਖਾਲਸੇ ਹੋ ਗਏ। ਤੇ ਉਹਦੀ ਫਿਰ ਆਪਾਂ ਫਤਿਹ ਬੁਲਾਉਂਦੇ ਹਾਂ ਤੇ ਉਹਦਾ ਹੀ ਵਾਹਿਗੁਰੂ ਦਾ ਹੀ ਖਾਲਸਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਖਾਲਸੇ ਬਣਨ ਵਾਸਤੇ ਇਹ ਵੱਧ ਤੋਂ ਵੱਧ ਆਪਾਂ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਸਾਡੇ ਮਨ ਤੋਂ ਮੈਲ ਉਤਰੇ ਤੇ ਸਾਡਾ ਮਨ ਖਾਲਸ ਹੋਵੇ। ਆਦੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰ, ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਹਿਰਦੇ ਵਿੱਚ ਵਸ ਜੇ ਤੇ ਆਪਾਂ ਵੀ ਇਹ ਗਿਆਨ ਨੂੰ ਕਮਾ ਕੇ ਆਪਣਾ ਵੀ ਜਿਹੜਾ ਮਨ ਖਾਲਸ ਹੋ ਗਿਆ ਇਹ ਖਾਲਸਾ ਹੋ ਜੀ।
ਤੇ ਜਦੋਂ ਫਿਰ ਇਹ ਖਾਲਸਾ ਹੋ ਜਾਏਗਾ ਤੇ ਫਿਰ ਹੀ ਆਪਾਂ ਜਿਹੜਾ ਇਹ ਫਿਰ ਫਤਿਹ ਬੁਲਾਉਂਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਇਹ ਖਾਲਸਾ ਵੀ ਵਾਹਿਗੁਰੂ ਦਾ ਤੇ ਜਿਹੜੀ ਫਤਿਹ ਹੋਈ ਉਹ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੋਈ। ਸੋ ਇਸ ਵਾਸਤੇ ਗੁਰਮੁਖੋ ਹੁਣ ਇਹ ਆਪਾਂ ਜੋ ਸਤਿਗੁਰੂ ਸਾਨੂੰ ਕਹਿ ਰਹੇ ਵੀ ਖਾਲਸੇ ਤਾਂ ਸਾਨੂੰ ਮਾਲਕ ਨੇ ਬਣਾਇਆ ਹੀ ਹੈ, ਰਾਜੇ ਤਾਂ ਸਾਨੂੰ ਬਣਾਇਆ ਹੀ ਹੈ, ਵੀ ਅਸੀਂ ਭਿਖਾਰੀ ਬਣੇ ਫਿਰਦੇ, ਮੰਗਤੇ ਬਣੇ ਫਿਰਦੇ। ਮਹਾਰਾਜ ਤਾਂ ਸਾਨੂੰ ਆਵਾਜ਼ਾਂ ਮਾਰਦੇ ਵੀ ਤੁਸੀਂ ਘਰ ਆਓ, ਤੁਸੀਂ ਘਰ ਆ ਕੇ ਰਾਜ ਲਵੋ, ਤੁਸੀਂ ਰਾਜ ਕਰੋ। ਸੋ ਇਸ ਵਾਸਤੇ ਸਾਨੂੰ ਤਾਂ ਰੋਜ਼ ਬੁਲਾਉਂਦੇ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗਾ ਫੇਰਾ, ਵੀ ਨਿੱਜ ਮਹਿਲ 'ਚ ਅੱਜ ਹੁਣ ਜਾਣਾ ਤਾਂ ਅਸੀਂ ਹਾਂ। ਜੇ ਅਸੀਂ ਜਾਵਾਂਗੇ ਤੇ ਅਸੀਂ ਰਾਜ ਲੈ ਲਾਂਗੇ, ਮਾਲਕ ਤਾਂ ਦੇ ਹੀ ਜਾਂਦੇ ਸਨ, ਪਰ ਅਸੀਂ ਤਿਆਰ ਨਹੀਂ। ਸੋ ਇਸ ਵਾਸਤੇ ਆਪਾਂ ਖੁਦ ਤਿਆਰ ਹੋਣਾ ਘਰ ਜਾਣ ਵਾਸਤੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।